ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੱਤ ਕਰਤਾਰ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਿਕਾ ਦਲੀਪ ਕੌਰ ਟਿਵਾਣਾ ਜੀ ਦੀ ਲਿਖੀ ਹੋਈ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਭਾਗ 7। ਸਿੰਘ ਸਭਾ ਸਕੂਲ 5 ਜਮਾਤਾਂ ਦਾ ਸਕੂਲ ਸੀ ਤੇ ਉੱਥੇ ਬਸ ਇੱਕੋ ਇੱਕ ਜਗਦੀਪ ਕੌਰ ਭੈਣ ਜੀ ਸਨ ਤੇ ਇੱਕ ਮਾਈ ਸੀ। ਇਹ ਸਿੱਧੂ ਸਾਰੇ ਮੇਰੇ ਜਜਮਾਨ ਨੇ। ਮੈਂ ਸਿੱਧੂਆਂ ਦੇ ਪ੍ਰੋਹਤ ਦੀ ਧੀ ਹਾਂ। ਬੜਾ ਤਕੜਾ ਘਰ ਟੋਲਿਆ ਸੀ ਮੇਰੇ ਬਾਪ ਨੇ, ਪਰ ਪਲੇਠੀ ਦੀ ਕੁੜੀ ਤੇ ਸਾਲ ਭਰ ਦਾ ਮੁੰਡਾ ਸੀ ਜਦ ਰੰਡੀ ਹੋ ਗਈ ਸੀ। ਜਿਉਂਦੇ ਰਹਿਣ ਮੇਰੇ ਜਜਮਾਨ। 10-15 ਦਿਨੀ ਆਉਣਾ, ਮਾਰ ਗਠੜੀ ਬੰਨ ਕੇ ਸੀਦੇ ਦੀ ਲਿਆਉਣੀ। ਫੇਰ ਰਾਣੀ ਸਾਹਿਬਾ ਰੇਤ ਗੜਨੀ ਨੇ ਬੱਚੇ ਜਿਉਣ ਉਸਦੇ ਸਕੂਲ ਚ ਲਵਾਤਾ। ਬਈ ਮਹੀਨੇ ਦੇ ਮਹੀਨੇ ਬੱਜੇ ਰੋਜੇ ਰੁਪਈਏ ਤਾਂ ਆਉਣਗੇ। ਛੁੱਟੀ ਵਾਲੇ ਦਿਨ ਜਜਮਾਨਾਂ ਦੇ ਜਾਈ। ਸੋਹਣਾ ਵੇਲਾ ਲੰਘ ਗਿਆ ਸੀ। ਕੁੜੀ ਵਿਆਹਤੀ, ਸੁੱਖ ਨਾਲ 2 ਜਵਾਕ ਨੇ। ਮੁੰਡਾ ਵੀ ਵਿਆਹਤਾ ਸੀ, ਨੌਕਰ ਵੀ ਬੇਰ ਹਾਊਸ ਵਾਲਿਆਂ ਦੇ ਕਰਾਤਾ ਸੀ। ਪਰ ਨਿੱਜ ਹੋਇਆ ਖਬਰ ਨਹੀਂ ਕਿੱਥੋਂ ਦਾਰੂ ਪੀਣ ਲੱਗ ਪਿਆ, ਨਾ ਕਿਸ ਨੂੰ ਦੱਸਣ ਜੋਗੀਆਂ। ਸਾਰੀ ਤਨਖਾਹ ਦਾਰੂ ਦੇ ਮੂੰਹ ਫੂਕ ਛੱਡਦਾ। ਹਾਰ ਕੇ ਬਹੂ ਪ੍ਰੀਤਮ ਸਿਉ ਸਿੱਧੂ ਦੀ ਬੜੀ ਘਰਵਾਲੀ ਦਾ ਚੌਂਕਾ ਭਾਂਡਾ ਕਰਨ ਲਾਈ ਹੈ। ਉਸ ਨੂੰ ਵੀ ਮਾਰਦਾ ਰਹਿੰਦਾ। ਸਾਰੇ ਪੈਸੇ ਲੈ ਜਾਂਦਾ ਨਿੱਜ ਹੋਇਆ। ਮਾਈ ਹਰਤੇ ਕਰਤੇ ਮੇਰੇ ਨਾਲ ਗੱਲਾਂ ਕਰਨ ਲੱਗ ਜਾਂਦੀ। ਤਰਸ ਕਰਕੇ ਜੋ ਕੁਝ ਵੀ ਕੋਲ ਹੁੰਦਾ ਮੈਂ ਉਹਨੂੰ ਦੇ ਛੱਡਦੀ। ਸ਼ਾਇਦ ਇਸੇ ਲਈ ਉਹ ਬਾਰ-ਬਾਰ ਆਖਦੀ, ਨੀ ਮੇਰੀ ਧੀ ਪੜ੍ਹੀਦਾ ਹੁੰਦਾ, ਸਕੂਲੋਂ ਨਹੀਂ ਖਿਜੀਦਾ। ਤੇ ਜਿਸ ਦਿਨ ਮੈਂ ਸਕੂਲ ਨਾ ਆਉਂਦੀ ਜਗਦੀਪ ਕੌਰ ਭੈਣ ਜੀ ਉਹਨੂੰ ਘਰ ਪਤਾ ਕਰਨ ਭੇਜਦੇ। ਕੁਝ ਹੀ ਦਿਨਾਂ ਵਿੱਚ ਕਾਇਦਾ ਤੇ ਫਿਰ ਪਹਿਲੀ ਜਮਾਤ ਦੀ ਕਿਤਾਬ ਖਤਮ ਕਰਕੇ ਮੈਂ ਜਗਦੀਪ ਕੌਰ ਭੈਣ ਜੀ ਨੂੰ ਆਖਿਆ, ਹੁਣ ਕੀ ਕਰਾਂ? ਹੁਣ ਦੂਜੀ ਜਮਾਤ ਦੀ ਕਿਤਾਬ ਪੜ੍ਹੇ ਨਾਲ ਹਿਸਾਬ ਸਿੱਖਿਆ ਕਰ। ਦੂਜੀ, ਤੀਜੀ, ਚੌਥੀ, 5ਵੀਂ ਮੈਂ ਦੇਖਿਆ ਮੈਂ ਤੇ ਸਾਰੀਆਂ ਕਿਤਾਬਾਂ ਪੜ੍ਹ ਸਕਦੀ ਹਾਂ, ਯਾਦ ਕਰ ਸਕਦੀ ਹਾਂ, ਇੱਕ ਸਵਾਲ ਸਮਝ ਕੇ ਸਾਰੇ ਕੱਢ ਸਕਦੀ ਹਾਂ। ਜਿਹੜਾ ਨਾ ਆਵੇ ਜਗਦੀਪ ਕੌਰ ਭੈਣ ਜੀ ਤੋਂ ਸਮਝ ਸਕਦੀ ਹਾਂ। ਇਉਂ ਉਸ ਸਾਲ ਜਦੋਂ ਸਾਲਾਨਾ ਇਮਤਿਹਾਨ ਹੋਇਆ ਤਾਂ ਮੈਂ 5ਵੀਂ ਜਮਾਤ ਦਾ ਇਮਤਿਹਾਨ ਦਿੱਤਾ ਤੇ ਪਾਸ ਹੋ ਗਈ। ਹੁਣ ਆਪਾਂ ਵਿਕਟੋਰੀਆ ਸਕੂਲ ਦਾਖਲ ਹੋਵਾਂਗੇ, ਮਿਸ ਸੇਨ ਭੈਣ ਜੀ ਦੇ ਸਕੂਲ। ਰਣਜੀਤ ਨੇ ਮੈਨੂੰ ਦੱਸਿਆ ਉਸ ਦੀ ਵੱਡੀ ਭੈਣ ਸੁਰਜੀਤ ਉੱਥੇ ਪੜ੍ਹਦੀ ਸੀ। ਰਣਜੀਤ ਹੁਣ ਮੇਰੀ ਪੱਕੀ ਸਹੇਲੀ ਸੀ। ਉਸਨੇ ਇਹ ਵੀ ਦੱਸਿਆ ਕਿ ਮੇਰੇ ਬਾਪੂ ਜੀ ਉਹਦੇ ਬਾਪੂ ਜੀ ਦੇ ਕਲਾਸ ਫੈਲੋ ਸਨ। विक्टोरिया स्कूल बेजी दाखिल कराउण गए। 6वीं क्लास में ये नहीं दाखिल हो सकती, ये तो बहुत छोटी है, मिस सेन भैन जी ने आख दिता। बेजी ने जगदीप कौर भैन जी नूं दस्सिया वापस आके, कोई ना मैं कराऊं दाखिल, आख जगदीप कौर भैन जी ने 9 दी थां मेरे सर्टिफिकेट ते 12 साल उम्र कर दिती ते आप जाके मैनूं दाखिल करवाए। ਇਉਂ ਮੈਂ ਇੱਕ ਦਿਨ ਵਿੱਚ 3 ਵਰੇ ਲੰਘ ਕੇ ਵਿਕਟੋਰੀਆ ਸਕੂਲ ਵਿੱਚ ਦਾਖਲ ਹੋ ਗਈ। ਉਸ ਸਕੂਲ ਵਿੱਚ ਸਵੇਰੇ ਵਿਹੜੇ ਵਿੱਚ ਲਾਈਨਾਂ ਲਾ ਕੇ ਸਾਰੀਆਂ ਜਮਾਤਾਂ ਮਿਲ ਕੇ ਪ੍ਰੇਅਰ ਕਰਦੀਆਂ ਸਨ। ਲਾਈਨਾਂ ਵਿੱਚ ਕੱਦ ਅਨੁਸਾਰ ਖੜਾਇਆ ਜਾਂਦਾ ਸੀ। ਮੈਨੂੰ ਇੱਕ ਨਿੱਕੀ ਜਿਹੀ ਕੁੜੀ ਨਛੱਤਰ ਕੌਰ ਕੋਲ ਖੜਾਇਆ ਗਿਆ ਤੇ ਉਸਦੇ ਨਾਲ ਡੈਸਕ ਤੇ ਬਿਠਾਇਆ ਗਿਆ। ਕੇਲੇ ਵਰਗਾ ਇਹ ਸਕੂਲ, ਦੇਵੀ ਜਹੀ ਮਿਸ ਸੇਨ ਭੈਣ ਜੀ, ਕਈ ਹੋਰ ਭੈਣ ਜੀਆਂ, ਹੱਥ ਲਾਇਆ ਮੈਲੀਆਂ ਹੋਣ ਵਾਲੀਆਂ ਟਾਵੀਆਂ ਟਾਵੀਆਂ ਸਰਦਾਰਾਂ ਦੀਆਂ ਕੁੜੀਆਂ ਤੇ ਬਾਕੀ ਫੈਸ਼ਨੇਬਲ ਸ਼ਹਿਰੀ ਕੁੜੀਆਂ, ਸਭ ਕੁਝ ਵਧੀਆ ਸੀ। ਪਰ ਇੱਕ ਮੁਸੀਬਤ ਸੀ ਸਰਦਾਰ ਕੌਰ ਭੈਣ ਜੀ ਦਾ ਸਿਲਾਈ ਦਾ। ਜਦੋਂ ਪੀਰੀਅਡ ਆਉਂਦਾ ਕੁੜੀਆਂ ਏਡੇ ਸੋਹਣੇ ਫੁੱਲ ਬੂਟੇ ਪਾਉਂਦੀਆਂ ਤੇ ਮੈਨੂੰ ਸੂਈ ਤੱਕ ਨਹੀਂ ਸੀ ਫੜਨੀ ਆਉਂਦੀ। 6ਵੀਂ ਜਮਾਤ ਵਿੱਚ ਚੋਪ ਦਾ ਮੇਜ਼ਪੋਸ਼ ਲੱਗਿਆ ਹੋਇਆ ਸੀ। ਬਾਕੀ ਚੀਜ਼ਾਂ ਨਾਲ ਇਹ ਵੀ ਤਿਆਰ ਕਰਨਾ ਸੀ। ਚਿੱਟਾ ਦਸੂਤੀ ਦਾ ਮੇਜ਼ਪੋਸ਼ ਤੇ ਉਨਾਬੀ ਰੇਸ਼ਮੀ ਗੋਲਾ ਮੈਂ ਵੀ ਲੈ ਆਈ। ਸਰਦਾਰ ਕੌਰ ਭੈਣ ਜੀ ਨੇ ਸ਼ੁਰੂ ਵੀ ਕਰ ਦਿੱਤਾ, ਪਰ ਮੈਨੂੰ ਆਵੇ ਹੀ ਨਾ ਕੱਢਣਾ। ਸਿੱਧੇ ਪਾਸੇ ਤੋਪਾ ਠੀਕ ਹੋਵੇ ਤਾਂ ਪੁੱਠੇ ਪਾਸੇ ਗਲਤ ਹੋ ਜਾਵੇ।
ਪੁੱਠੇ ਪਾਸੇ ਠੀਕ ਹੋਵੇ ਤਾਂ ਸਿੱਧੇ ਪਾਸੇ ਗਲਤ ਹੋ ਜਾਵੇ। ਸਿਰ ਮੁੰਨੀ, ਤੈਨੂੰ 6ਵੀਂ ਜਮਾਤ में किस करने दिया? सरदार कौर भैन जी खिज रहे सन। अगले दिन मैं मेज़पोश स्कूल लैके ही ना गई। आख दिता भुल आई, तीसरे दिन भी, ते चौथे दिन आख दिता घर कटदी हुन्नी आ, इत्थे मैला हो जाओ। बिना धोते वो इम्तिहान च विखाउणा हुंदा है। 15 कुछ दिन इउं लंघे तां सरदार कौर भैन जी ने आख्या, कल नूं लिया के विखाई। कल भी लंघ गई। जे कल भी ना लियाई, मैं मिस सेन भैन जी कोल ले जावांगी। सरदार कौर भैन जी ने झिड़किया ते अगले दिन मैं उही सरदार कौर भैन जी दा छो के दिता मेज़पोश ते गोला लै गई। देख के सरदार कौर भैन जी ने 2-3 कैंचियां पुट्ठे करा के हत्थां उत्ते मारियां ते फड़ के मिस सेन भैन जी कोल लै गए। एक काम नहीं किता, उतों कलमूही झूठ बोलदी है। जान निकालदिया मार मार के ये आख रहे सन। क्या बात है? मिस सेन भैन जी ने आख्या। चुपचाप खड़ी दे मेरे हंझू डिगण लगे। सरदार कौर भैन जी नूं भेज के मिस सेन भैन जी ने आप सूई फड़ के मैनू चोप की कढ़ाई सिखाई। देखो झूठ नहीं बोलना आ गई से। उन्हें आख्या, ये जिवें उन्हां दा हुक्म सी ते उन्हां दा हुक्म कदे कोई टालदा नहीं सी। एक मुसीबत होर सी कि स्कूल विच अंग्रेजी चौथी जमात तो शुरू हो जाती सी ते मैं 6वीं च जदों दाखल हुई, कुड़ियां अंग्रेजी की किताब पढ़दियां सन ते मैनू ABC भी नहीं सी आउंदी। अंग्रेजी लई घर मास्टर ला दिता गया। मास्टर काफ़ी वड्डी वड्डी दाड़ी वाला 40 कुछ साल का आदमी सी। मेरी सहेली करनल प्रीतम सिंह की लड़की अमरजीत नूं भी ਉਹੀ पढ़ाउंदा सी। 2 ਕੁ साल अंग्रेजी पढ़ाउंदा रहा ते एक दिन वो पंजाबी की एक कविता लिआया ते आखण लग्या, मैं होर भी बहुत सारियां कवितावां लिखियां ने, तू पढ़ सकदी है ये कविता? कविता मेरे अगे करके उन्हें आख्या, पंजाबी तां मैं पढ़ ही सकदी सी। मैं पढ़ दित्ती। कैसी लगी? उसने पूछया। चंगी है, मैं आख दिता, भावें कविता की मैनू उक्का भी समझ नहीं सी लगी। फिर वो मास्टर अंग्रेजी पढ़ाउण दे नाल नाल हर रोज़ एक कविता लियाउण लग पिया। ये तुसीं क्यों लिखदे हो? एक दिन मैं पूछया। एक लड़की है, मैं उस लई लिखदा, उस नाल मैं शादी करूँगा, फिर असीं दरिया दे कंढे एक घर बनावांगे, साडे एक बच्चा हो, उसदा नाम असीं राहुल रखांगे। तुहाडी जिहड़ी घरवाली ते बच्चे ने? मेरी घरवाली ते बच्चे तैनूं किहने दस्सिया? हाँ, इस घरवाली नूं मैं छड्ड देना, इसनूं अकल ही कोई नहीं, मास्टर जी ने आख्या। मैं चुपचाप सुन रही सी। मैं ते उस लड़की ने घरदियां तो चोरियों एक दिन भज जाना, किधरे दूर चले जावांगे, किसे नूं भी पता नहीं लगना। फिर मैनूं कौन पढ़ाया करू? जदों किताब मुक गई फिर भज्जिओ। मैं सह सुभा आख्या। चंगा, आख मास्टर जी रोज़ पढ़ाउण आउंदे रहे ते कवितावां लिख के लिआउंदे रहे। ਇਹ ਵੀ ਸਾਲ ਮੁੱਕਣ ਵਾਲਾ ਸੀ। ਇਮਤਿਹਾਨ ਹੋਣ ਵਾਲੇ ਸਨ। ਮੈਨੂੰ ਅੰਗਰੇਜ਼ੀ ਕਾਫੀ ਆ ਗਈ ਸੀ। ਅੱਜ ਜਿਹੜੀ ਕਵਿਤਾ ਲਿਖ ਕੇ ਲਿਆਈ, ਮਾਸਟਰ ਜੀ ਨੇ ਆਖਿਆ, ਇਹਦਾ ਜਵਾਬ ਲਿਖ ਕੇ ਰੱਖੀ। ਕਵਿਤਾ ਦਾ ਜਵਾਬ? ਮੈਂ ਹੈਰਾਨ ਹੋ ਕੇ ਪੁੱਛਿਆ। ਵੱਡੀਆਂ ਜਮਾਤਾਂ 'ਚ ਕਵਿਤਾ ਦੇ ਜਵਾਬ ਲਿਖਣੇ ਪੈਂਦੇ ਨੇ, ਉਹਨਾਂ ਦੱਸਿਆ। ਪਰ ਮੈਨੂੰ ਨਹੀਂ ਆਉਂਦਾ ਕਵਿਤਾ ਦਾ ਜਵਾਬ ਲਿਖਣਾ। ਕੋਸ਼ਿਸ਼ ਕਰੀ। ਮੈਂ ਮਾਸਟਰ ਜੀ ਦੇ ਜਾਣ ਮਗਰੋਂ ਉਹ ਕਵਿਤਾ ਕਈ ਵਾਰ ਪੜ੍ਹੀ। ਮਤਲਬ ਕੁਝ ਇਉਂ ਸੀ ਕਿ ਮੈਂ ਸਾਧ ਬਣ ਜਾਵਾਂ, ਮਰ ਕੇ ਭੂਤ ਪ੍ਰੇਤ ਜਾਂ ਅਗਲੇ ਜਨਮ ਕੋਈ ਕੌਂ ਜੋ ਤੇਰੇ ਬਨੇਰੇ ਤੇ ਬੈਠ ਕੇ ਕੁਰਲਾਵੇ, ਜਾਂ ਕੋਈ ਉੜਦਾ ਬੱਦਲ ਜੋ ਤੇਰੇ ਵਿਹੜੇ ਵਰ ਜਾਵੇ, ਨਹੀਂ ਤਾਂ ਕਹਿ ਦੇ ਕਿ ਮੈਂ ਜਿਉਂਦਾ ਰਹਾਂ। ਲਿਖ ਲਿਆ ਜਵਾਬ? ਅਗਲੇ ਦਿਨ ਮਾਸਟਰ ਜੀ ਨੇ ਅੰਗਰੇਜ਼ੀ ਪੜ੍ਹਾਉਣ ਦੀ ਥਾਂ ਪੁੱਛਿਆ। ਨਹੀਂ, ਮੈਨੂੰ ਤਾਂ ਕਵਿਤਾ ਸਮਝ ਨਹੀਂ ਲੱਗੀ। ਮੈਂ ਜਦੋਂ ਆਖਿਆ, ਉਹ ਮੈਨੂੰ ਕਵਿਤਾ ਸਮਝਾਉਣ ਲੱਗੀ ਤੇ ਜਾਣ ਲੱਗੀ ਇੱਕ ਕਵਿਤਾ ਹੋਰ ਦੇ ਗਈ ਤੇ ਨਾਲ ਆਖ ਗਏ ਕਿ ਮੈਂ ਤਾਂ ਸੋਚਦਾ ਜੇ ਮੇਰੀ ਜ਼ਿੰਦਗੀ ਦੇ ਸਵਾਲ ਦਾ ਜਵਾਬ ਨਾ ਮਿਲਿਆ ਤਾਂ ਮੈਂ ਜ਼ਹਿਰ ਖਾ ਕੇ ਮਰ ਜਾਵਾਂਗਾ।
ਉਸ ਦਿਨ ਅਜੀਬ ਤਰ੍ਹਾਂ ਦੀ ਮੈਨੂੰ ਘਬਰਾਹਟ ਹੋਈ। ਅਹਿਮਦ ਨੂੰ ਆਖਿਆ, ਬੇਜੀ ਤੋਂ ਪੁੱਛ ਕੇ ਮੈਨੂੰ ਅਮਰਜੀਤ ਦੇ ਘਰ ਲੈ ਚੱਲ। ਅਹਿਮਦ ਅਜੇ ਟਾਂਗਾ ਜੋੜ ਰਿਹਾ ਸੀ। ਅਮਰਜੀਤ ਹੋਰਾਂ ਦੀ ਕਾਰ ਫਾਟਕ ਵੜਦੀ ਦਿਸੀ। ਮਗਰੋਂ ਜਦੋਂ ਉਹਦੇ ਬੇਜੀ ਨਾਲ ਗੱਲਾਂ ਕਰ ਰਹੇ ਸਨ, ਅਮਰਜੀਤ ਤੇ ਮੈਂ ਬਗੀਚੇ ਵਿੱਚ ਜਾ ਬੈਠੀ ਹਾਂ। ਅਮਰਜੀਤ, ਆਪਣੇ ਮਾਸਟਰ ਜੀ ਨੇ ਤਾਂ ਜ਼ਹਿਰ ਖਾ ਕੇ ਮਰ ਜਾਣਾ। ਮੈਂ ਬਹੁਤ ਚਿੰਤਾਤੁਰ ਹੋ ਕੇ ਦੱਸਿਆ। ਤੈਨੂੰ ਕਿਵੇਂ ਪਤਾ? ਮੈਨੂੰ ਉਹਨਾਂ ਨੇ ਦੱਸਿਆ ਸੀ, ਤਾਂ ਹੀ ਤਾਂ ਉਹ ਕਵਿਤਾ ਲਿਖਦੇ ਨੇ। ਨਾਲੇ ਉਹਨਾਂ ਨੇ ਕਿਸੇ ਕੁੜੀ ਨਾਲ ਭੱਜ ਜਾਣਾ। ਤੈਨੂੰ ਕਿਵੇਂ ਪਤਾ ਹੈ ਉਹ ਕਵਿਤਾ ਲਿਖਦੇ ਨੇ? ਮੇਰੇ ਕੋਲ ਹੈਗੀਆਂ ਨੇ ਕਵਿਤਾਵਾਂ, ਚੱਲ ਤੈਨੂੰ ਵਿਖਾਵਾਂ। ਆਖ ਮੈਂ ਉਹਨੂੰ ਆਪਣੇ ਕਮਰੇ ਵਿੱਚ ਲੈ ਆਈ। ਸਾਰੀਆਂ ਮੇਜ਼ ਦੇ ਦਰਾਜ਼ ਵਿੱਚੋਂ ਕੱਢ ਕੇ ਉਸ ਨੂੰ ਫੜਾ ਦਿੱਤੀਆਂ। ਇੱਕ ਇੱਕ ਕਵਿਤਾ ਪੜ੍ਹ ਕੇ ਉਸਨੇ ਪੁੱਛਿਆ। ਅਖੀਰਲੀ ਕਵਿਤਾ ਲਿਫਾਫੇ ਵਿੱਚ ਪਾ ਕੇ ਦਿੱਤੀ ਸੀ। ਮੈਂ ਆਖਿਆ, ਹਾਂ। ਉਸ ਵਿੱਚ ਚਿੱਠੀ ਵੀ ਸੀ। ਨਹੀਂ। ਕਿੱਥੇ ਹੈ ਉਹ ਲਿਫਾਫਾ? ਦਰਾਜ਼ ਵਿੱਚ ਹੀ ਪਿਆ। ਉਸਨੇ ਦਰਾਜ਼ ਵਿੱਚੋਂ ਇੱਕ ਲਿਫਾਫਾ ਕੱਢ ਲਿਆ। ਉਸ ਵਿੱਚ ਚਿੱਠੀ ਵੀ ਸੀ, ਜਿਹੜੀ ਮੈਂ ਦੇਖੀ ਨਹੀਂ ਸੀ। ਚਿੱਠੀ ਪੜ੍ਹ ਕੇ ਉਸਨੇ ਦੱਸਿਆ, ਇਹਦੇ ਨਾਲ ਦੀਆਂ ਸਾਰੀਆਂ ਕਵਿਤਾਵਾਂ ਮਾਸਟਰ ਜੀ ਨੇ ਮੈਨੂੰ ਵੀ ਦਿੱਤੀਆਂ ਨੇ। ਅਖੀਰਲੀ ਕਵਿਤਾ ਨਾਲ ਚਿੱਠੀ ਵੀ ਸੀ, ਜਿਸ ਵਿੱਚ ਲਿਖਿਆ ਸੀ, ਮੈਂ ਹੁਣ ਵੀ ਮੇਰੀਆਂ ਕਵਿਤਾਵਾਂ ਦਾ ਜਵਾਬ ਨਾ ਦਿੱਤਾ ਤਾਂ ਮੈਂ ਜ਼ਹਿਰ ਖਾ ਕੇ ਮਰ ਜਾਵਾਂਗਾ। ਮਾਸਟਰ ਜੀ ਜ਼ਹਿਰ ਖਾਂਦੇ, ਮਾਸਟਰ ਜੀ ਮਰ ਪਏ। ਮਾਸਟਰ ਜੀ ਨੂੰ ਸ਼ਮਸ਼ਾਨ ਭੂਮੀ ਨੂੰ ਲਈ ਜਾਂਦੇ। ਮਾਸਟਰ ਜੀ ਜਲ ਰਹੇ। ਉਸੇ ਛਿਨ ਮੇਰੇ ਜ਼ਹਿਨ ਵਿੱਚੋਂ ਦੀ ਲੰਘੇ। ਬੜੀ ਮੁਸੀਬਤ ਹੈ। ਭਈ ਕੀ ਕਰੀਏ? ਹਾਰ ਕੇ ਸੋਚਿਆ, ਰਘੁਵੀਰ ਭਰਾ ਜੀ ਤੋਂ ਪੁੱਛਦੇ ਹਾਂ। ਰਘੁਵੀਰ ਭਰਾ ਜੀ ਵੱਡੇ ਬੇਬੇ ਜੀ ਦਾ ਭਾਣਜਾ ਸੀ। BA ਪਾਸ ਸੀ। ਇਨਕਮ ਟੈਕਸ ਦੇ ਮਹਿਕਮੇ 'ਚ ਨੌਕਰ ਸੀ। ਅਕਸਰ ਕਿਤਾਬਾਂ ਕਤੂਬਾਂ ਪੜ੍ਹਦੇ ਰਹਿਣ ਕਰਕੇ ਸਮਝਦਾਰ ਸਮਝਿਆ ਜਾਂਦਾ ਸੀ। ਮੈਂ ਤੇ ਅਮਰਜੀਤ ਉੱਪਰ ਕੋਠੇ 'ਤੇ ਬੈਠੇ ਪੜ੍ਹ ਰਹੇ ਭਰਾ ਜੀ ਕੋਲ ਗਈਆਂ। ਭਰਾ ਜੀ, ਸਾਡੇ ਮਾਸਟਰ ਜੀ ਨੇ ਜ਼ਹਿਰ ਖਾ ਕੇ ਮਰ ਜਾਣਾ। ਮੈਂ ਫਿਕਰਮੰਦ ਹੋ ਕੇ ਦੱਸਿਆ। ਸੁਣ ਕੇ ਉਹ ਕਿਤਾਬ ਪੁੱਠੀ ਕਰਕੇ ਰੱਖ ਕੇ ਹੱਸਣ ਲੱਗ ਪਏ। ਭਰਾ ਜੀ, ਸਹੁੰ ਗੁਰੂ ਦੀ, ਨਾਲੇ ਉਹਨਾਂ ਕਿਸੇ ਕੁੜੀ ਨਾਲ ਭੱਜ ਜਾਣ। ਮੈਂ ਦੱਸਿਆ। ਭਰਾ ਜੀ ਗੰਭੀਰ ਹੋ ਗਏ। ਤੁਹਾਨੂੰ ਕਿਵੇਂ ਪਤਾ? ਉਹਨਾਂ ਸੰਜੀਦਗੀ ਨਾਲ ਪੁੱਛਿਆ। ਨਹੀਂ ਭਰਾ ਜੀ, ਅਸੀਂ ਤਾਂ ਤੁਹਾਨੂੰ ਪੁੱਛਣ ਆਈਆਂ ਬਈ ਕਵਿਤਾ ਦਾ ਜਵਾਬ ਕਿਵੇਂ ਲਿਖੀਦਾ। ਮੈਂ ਆਖਿਆ। ਕਿਹੜੀ ਕਵਿਤਾ ਦਾ ਜਵਾਬ? ਉਹਨਾਂ ਪੁੱਛਿਆ। ਮੈਂ ਹੱਥ ਵਿੱਚ ਗੋਲ ਕੀਤੀਆਂ ਕਵਿਤਾਵਾਂ ਉਹਨਾਂ ਨੂੰ ਫੜਾ ਦਿੱਤੀਆਂ। ਉਹ ਪੜ੍ਹਨ ਲੱਗ ਪਏ। ਇਉਂ ਕਰੋ ਭਰਾ ਜੀ, ਤੁਸੀਂ ਇਹਨਾਂ ਦਾ ਜਵਾਬ ਲਿਖ ਦਿਓ, ਮਾਸਟਰ ਜੀ ਨੂੰ ਦੇ ਦੇਵਾਂਗੇ। ਜਾਓ ਤੁਸੀਂ ਇੱਥੋਂ। ਉਹਨਾਂ ਇੰਨਾ ਆਕੜ ਕੇ ਕਿਹਾ ਕਿ ਮੈਂ ਤੇ ਅਮਰਜੀਤ ਚੁੱਪਚਾਪ ਹੇਠਾਂ ਆ ਗਈਆਂ। ਅਗਲੇ ਦਿਨ ਮਾਸਟਰ ਜੀ ਨਹੀਂ ਆਏ। ਮੈਂ ਸੋਚਿਆ ਉਹ ਜ਼ਰੂਰ ਜ਼ਹਿਰ ਖਾ ਕੇ ਮਰ ਗਏ ਹੋਣਗੇ। ਕਈ ਵਰ੍ਹਿਆਂ ਮਗਰੋਂ ਇੱਕ ਦਿਨ ਸ਼ਿਮਲੇ ਮਾਲ ਰੋਡ ਉੱਤੇ ਭਰਾ ਜੀ ਨੇ ਦੂਰੋਂ ਇਸ਼ਾਰਾ ਕਰਕੇ ਮੈਨੂੰ ਵਿਖਾਇਆ ਤੇ ਆਖਿਆ, ਹੋ ਜਾਂਦਾ ਹੈ ਤੇਰਾ ਜ਼ਹਿਰ ਖਾ ਕੇ ਮਰਿਆ ਹੋਇਆ ਮਾਸਟਰ। ਧੰਨਵਾਦ ਜੀ। ਇਹ ਸਵੈ ਜੀਵਨੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਕਰਕੇ ਜ਼ਰੂਰ ਦੱਸਣਾ। ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਅਤੇ ਨਾਵਲ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ ਜੀ।